राम राम, सत श्री अकाल, नमस्ते, सलाम। ਦੋਸਤੋ, ਅੱਜ ਮੈਂ ਵਿਨੋਦ ਪੁਜਾਰੀ ਤੁਹਾਨੂੰ ਰੂਬਰੂ ਕਰਾਉਣ ਜਾ ਰਿਹਾ ਹਾਂ ਦੁਨੀਆ ਦੇ ਸਭ ਤੋਂ ਪ੍ਰਾਚੀਨ ਧਰਮ ਦੇ ਸਭ ਤੋਂ ਪ੍ਰਾਚੀਨ ਮੰਦਰਾਂ ਦੇ ਨਾਲ, ਜਿਹੜੇ ਕਿ ਸਿਰਫ ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਹੋਰ ਕਈ ਦੇਸ਼ਾਂ ਵਿੱਚ ਸਥਿਤ ਹਨ। ਇਹ ਮੰਦਰ ਸਿਰਫ ਆਰਕੀਟੈਕਚਰ ਹੀ ਨਹੀਂ ਸਗੋਂ ਇਹਨਾਂ ਦੀ ਭੂਗੋਲਿਕ ਸਥਿਤੀ ਦੇ ਨਾਲ ਖਾਸ ਅਤੇ ਉੱਨਤ ਹਨ। ਦੁਨੀਆ ਦੇ ਸਭ ਤੋਂ ਪ੍ਰਾਚੀਨ ਮੰਦਰਾਂ ਦੇ ਨਾਲ ਮੈਂ ਲੋਕਾਂ ਵਿੱਚ ਭਾਰਤ ਹੀ ਨਹੀਂ ਸਗੋਂ ਸਨਾਤਨ ਧਰਮ ਬਾਰੇ ਮਸ਼ਹੂਰ ਕੀਤੀਆਂ ਗਈਆਂ ਕਈ ਗਲਤ ਧਾਰਨਾਵਾਂ ਨੂੰ ਵੀ ਤੁਹਾਡੇ ਸਾਹਮਣੇ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਤੁਹਾਡੀ ਜਾਣਕਾਰੀ ਵਾਸਤੇ ਕਈ ਉੱਨਤ ਤੱਥ ਪੇਸ਼ ਕਰਨ ਦੀ ਕੋਸ਼ਿਸ਼ ਵੀ ਕਰਾਂਗਾ ਤੇ ਅਜਿਹੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਤੁਹਾਨੂੰ ਕਾਫੀ ਗਰਵ ਮਹਿਸੂਸ ਹੋਵੇਗਾ, ਭਾਵੇਂ ਤੁਸੀਂ ਕਿਸੇ ਵੀ ਧਰਮ ਜਾਂ ਵਿਚਾਰਧਾਰਾ ਨਾਲ ਸੰਬੰਧ ਕਿਉਂ ਨਾ ਰੱਖਦੇ ਹੋ। ਤੇ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਦਬ ਦਿਓ। ਦੋਸਤੋ, ਇੱਕ ਅਜਿਹੀ ਚੱਟਾਨ ਦੀ ਕਲਪਨਾ ਕਰੋ ਜਿਹੜੀ ਆਂਡੇ ਦੀ ਬਣਾਵਟ ਵਰਗੀ ਹੋਵੇ ਤੇ ਜ਼ਮੀਨ ਤੋਂ 10 ਫੁੱਟ ਦੀ ਉਚਾਈ ਤੇ ਖਲੋਤੀ ਹੋਵੇ ਤੇ ਜਿਸ ਨੂੰ ਤੁਸੀਂ ਛੂ ਵੀ ਨਾ ਸਕੋ ਤੇ ਇਹ ਆਂਡੇ ਦੀ ਤਰ੍ਹਾਂ ਚਿਕਨੀ ਅਤੇ ਚਮਕਦਾਰ ਹੋਵੇ। ਕੀ ਹੋਵੇਗਾ ਜੇਕਰ ਮੈਂ ਕਹਾਂ ਕਿ ਇਸ ਚੱਟਾਨ ਦੇ ਅੰਦਰ ਇੱਕ ਗੁਪਤ ਕਮਰਾ ਲੁਕਿਆ ਹੋਇਆ ਹੈ? ਲੱਗਦੀ ਹੈ ਨਾ ਭਰੋਸੇ ਕਰਨ ਵਾਲੀ ਗੱਲ, ਪਰ ਠੀਕ ਅਜਿਹਾ ਹੀ ਸਦੀਆਂ ਪਹਿਲਾਂ ਹੋਇਆ ਹੈ। ਇੱਕ ਦਿਨ ਇੱਕ ਭੂਚਾਲ ਨਾਲ ਇੱਕ ਪੱਥਰ ਦਾ ਦਰਵਾਜ਼ਾ ਇਸ ਵਿੱਚੋਂ ਅਚਾਨਕ ਟੁੱਟ ਗਿਆ ਤੇ ਉਸ ਵੇਲੇ ਉੱਥੋਂ ਦੇ ਸਥਾਨਕ ਲੋਕਾਂ ਨੂੰ ਪਤਾ ਚੱਲਿਆ ਕਿ ਜਿੱਥੋਂ ਇਹ ਦਰਵਾਜ਼ਾ ਟੁੱਟਿਆ ਹੈ ਉੱਥੇ ਇੱਕ ਗੁਪਤ ਕਮਰਾ ਹੈ। ਦਰਵਾਜ਼ਾ ਇੰਨੀ ਬਾਰੀਕ ਕਾਰੀਗਰੀ ਦੁਆਰਾ ਬਣਾਇਆ ਗਿਆ ਸੀ ਜੋ ਇਸ ਗੁਪਤ ਕਮਰੇ ਦੀਆਂ ਪੱਥਰ ਦੀਆਂ ਚੱਟਾਨਾਂ ਵਿੱਚ ਇਸ ਖੂਬਸੂਰਤੀ ਨਾਲ ਫਿੱਟ ਸੀ ਕਿ ਭੂਚਾਲ ਤੋਂ ਪਹਿਲਾਂ ਲੋਕਾਂ ਨੂੰ ਕਦੇ ਵੀ ਪਤਾ ਨਹੀਂ ਚੱਲਿਆ ਕਿ ਉਸ ਆਂਡੇ ਦੇ ਆਕਾਰ ਦੀ ਚੱਟਾਨ ਵਿੱਚ ਕੁਝ ਹੈ। ਉਹਨਾਂ ਲੋਕਾਂ ਨੂੰ ਉੱਥੇ ਲੱਕੜ ਦੀ ਪੌੜੀ ਲਾ ਕੇ ਉਸ ਕਮਰੇ ਤੱਕ ਪਹੁੰਚਣਾ ਪਿਆ। ਅੱਜ ਕੱਲ੍ਹ ਇਸ ਜਗ੍ਹਾ ਤੇ ਲੋਹੇ ਦੀ ਪੌੜੀ ਲਾਈ ਗਈ ਹੈ। ਕੋਈ ਨਹੀਂ ਜਾਣਦਾ ਕਿ ਇਸ ਗੁਪਤ ਕਮਰੇ ਨੂੰ ਕਿਸ ਵੇਲੇ ਬਣਾਇਆ ਗਿਆ ਤੇ ਇਸ ਨੂੰ ਬਣਾਉਣ ਦਾ ਸਮਾਂ ਅਤੇ ਉਦੇਸ਼ ਦੱਸਣ ਵਾਲਾ ਇੱਥੇ ਕੋਈ ਵੀ ਸ਼ਿਲਾਲੇਖ ਨਹੀਂ ਸੀ। ਆਓ ਇਸ ਕਮਰੇ ਦੇ ਅੰਦਰ ਦਾ ਵੇਰਵਾ ਵੇਖੀਏ। ਇਸ ਕਮਰੇ ਵਿੱਚ ਇੱਕ ਸਿਲੰਡਰੀਕਲ ਆਕਾਰ ਦਾ ਇੱਕ ਸ਼ਿਵਲਿੰਗ ਇੱਕ ਆਧਾਰ ਵਿੱਚ ਫਿੱਟ ਹੈ ਜੋ ਫਰਸ਼ ਤੋਂ ਥੋੜਾ ਉੱਪਰ ਉੱਠਿਆ ਹੋਇਆ ਹੈ। ਇਸ ਸ਼ਿਵਲਿੰਗ ਦਾ ਨਿਰਮਾਣ ਨਹੀਂ ਕੀਤਾ ਗਿਆ ਬਲਕਿ ਇਸ ਦੇ ਆਲੇ ਦੁਆਲੇ ਤੋਂ ਪੱਥਰ ਨੂੰ ਖੁਰਚ ਕੇ ਹਟਾਇਆ ਗਿਆ ਤੇ ਉਸ ਕਮਰੇ ਦੇ ਫਰਸ਼ ਵਿੱਚੋਂ ਹੀ ਤਰਾਸ਼ ਕੇ ਇੱਕ ਆਧਾਰ ਉੱਤੇ ਸ਼ਿਵਲਿੰਗ ਨੂੰ ਤਰਾਸ਼ਿਆ ਗਿਆ ਹੈ, ਜੋ ਕਿ ਸ਼ਿਵਲਿੰਗ ਬਣਾਉਣ ਦਾ ਨਕਾਰਾਤਮਕ ਤਰੀਕਾ ਹੈ। ਇੰਜ ਲੱਗਦਾ ਹੈ ਕਿ ਇਸ ਕਮਰੇ ਵਿੱਚ ਹੋਰ ਕਈ ਵਸਤਾਂ ਹੋਣਗੀਆਂ ਉਸ ਵੇਲੇ, ਜਿਵੇਂ ਸੋਨਾ, ਚਾਂਦੀ, ਹੀਰੇ ਜਾਂ ਫਿਰ ਕੋਈ ਹੋਰ ਉੱਨਤ ਔਜ਼ਾਰ ਜਾਂ ਫਿਰ ਮਸ਼ੀਨ। ਹੁਣ ਤੁਸੀਂ ਸੋਚੋਗੇ ਕਿ ਇਸ ਸ਼ਿਵਲਿੰਗ ਵਾਲੇ ਕਮਰੇ ਵਿੱਚ ਕੋਈ ਮਸ਼ੀਨ ਕਿਉਂ ਰੱਖੇਗਾ? ਹਾਂ, ਤੁਸੀਂ ਖੁਦ ਸੋਚੋ। ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਇਕੱਲੇ ਛੈਣੀ ਅਤੇ ਹਥੌੜਿਆਂ ਦੁਆਰਾ ਅਜਿਹਾ ਨਿਰਮਾਣ ਜ਼ਮੀਨ ਤੋਂ 10 ਫੁੱਟ ਉੱਚੇ ਚਿਕਨੇ ਪੱਥਰ ਉੱਤੇ ਕਰਨਾ ਸੰਭਵ ਹੈ? ਤੁਸੀਂ ਆਪ ਸੋਚੋ, ਤਰਾਸ਼ਣ ਦੀ ਇਹ ਵਿਧੀ ਅਤੇ ਅਜਿਹਾ ਨਿਰਮਾਣ ਕਰਨ ਵਾਲੇ ਨੂੰ ਇਸ ਨਿਰਮਾਣ ਨੂੰ ਲੁਕਾਉਣ ਦੀ ਆਖਰ ਕੀ ਲੋੜ ਸੀ, ਜਿੱਥੇ ਕੋਈ ਸੌਖਾ ਪਹੁੰਚ ਵੀ ਨਾ ਸਕੇ? ਹੈ ਨਾ ਅਜੀਬ ਗੱਲ ਕਿ ਇਸ ਕਮਰੇ ਨੂੰ ਸੀਲ ਕਰਨ ਦਾ ਤੁਹਾਨੂੰ ਕੋਈ ਹੋਰ ਕਾਰਨ ਸੁਝਦਾ ਹੈ? ਜਦੋਂ ਤੁਸੀਂ ਇਸ ਕਮਰੇ ਦੀ ਪੱਥਰ ਦੀ ਚੁਗਾਠ ਨੂੰ ਵੇਖਦੇ ਹੋ ਤਾਂ ਪਤਾ ਚੱਲਦਾ ਹੈ ਕਿ ਦਰਵਾਜ਼ੇ ਨੂੰ ਬੜੀ ਹੀ ਬਾਰੀਕੀ ਨਾਲ ਯੋਜਨਾਬੱਧ ਤਰੀਕੇ ਨਾਲ ਬਣਾਇਆ ਗਿਆ ਸੀ। ਬਾਹਰ ਵੱਲ ਤੁਸੀਂ ਕਈ ਸਲੌਟ ਵੇਖ ਸਕਦੇ ਹੋ। ਇਸ ਦੇ ਪ੍ਰਵੇਸ਼ ਦੁਆਰ ਦੇ ਉੱਪਰ ਇਹਨਾਂ ਦੋ ਚਕੋਰ ਕੱਟ ਅਤੇ ਪੱਥਰ ਦੀ ਚੁਗਾਠ ਵਿੱਚ ਬਣੇ ਕਈ ਸਲੌਟ ਵੇਖ ਕੇ ਤੁਸੀਂ ਚੰਗੀ ਤਰ੍ਹਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਚਕੋਰ ਸਲੌਟਾਂ ਦੇ ਉੱਪਰ ਦਰਵਾਜ਼ੇ ਨੂੰ ਪੂਰੀ ਤਰ੍ਹਾਂ ਸੀਲ ਕਰਨ ਵਾਲਾ ਦਰਵਾਜ਼ਾ ਲਾਉਣ ਵਾਸਤੇ ਬਣਾਇਆ ਗਿਆ ਸੀ, ਉਹ ਵੀ ਬਿਨਾਂ ਤਾਲਿਆਂ ਦੇ। ਇਸ ਕਮਰੇ ਨੂੰ ਬਹੁਤ ਗੁਪਤ ਰੱਖਣ ਵਾਸਤੇ ਪੁਰਾਣੇ ਵਾਸਤੂਕਾਰ ਵਾਕਈ ਦਿਲਚਸਪ ਸਨ, ਜਿਨ੍ਹਾਂ ਨੇ ਲਮਕਦਾ ਹੋਇਆ ਕਾਸਮਿਕ ਐਗ ਦੇ ਰੂਪ ਵਿੱਚ ਇਹ ਨਿਰਮਾਣ ਕੀਤਾ ਸੀ। ਕੀ ਤੁਸੀਂ ਸੋਚ ਸਕਦੇ ਹੋ ਕਿ ਇਸ ਚੱਟਾਨ ਵਿੱਚ ਕੋਈ ਹੋਰ ਵੀ ਗੁਪਤ ਕਮਰੇ ਹੋਣਗੇ?
ਕਿਉਂਕਿ ਇਸ ਗੁਪਤ ਕਮਰੇ ਦੇ ਲੱਭਣ ਤੋਂ ਪਹਿਲਾਂ ਇਹ ਕਮਰਾ ਵੀ ਬਾਹਰੋਂ ਆਮ ਚਟਾਨ ਵਰਗਾ ਹੀ ਦਿਸਦਾ ਸੀ। ਤੇ ਦੋਸਤੋ, ਕੀ ਹੋਵੇਗਾ ਜੇਕਰ ਇਸ ਵਿੱਚ ਖੋਜ ਕਰਨ ਤੇ ਅਜਿਹੇ ਹੋਰ ਕਮਰੇ ਕਈ ਲੁਕੇ ਹੋਏ ਮਿਲਣ ਜੋ ਕਿ ਸਾਡੀਆਂ ਨਜ਼ਰਾਂ ਤੋਂ ਅਜੇ ਵੀ ਲੁਕੇ ਹੋਏ ਹੋਣ? ਕੀ ਤੁਸੀਂ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਸਕਦੇ ਹੋ? ਦੱਖਣੀ ਭਾਰਤ ਵਿੱਚ ਇਹ ਇੱਕ ਥਿਰੂਮਈਅਮ ਨਾਮ ਦਾ ਸਥਾਨ ਹੈ ਜੋ ਕਿ ਬੜਾ ਹੀ ਦਿਲਚਸਪ ਹੈ, ਕਿਉਂਕਿ ਲੋਕ ਇਸ ਨੂੰ 300 ਸਾਲ ਪਹਿਲਾਂ ਬਣੇ ਕਿਲੇ ਦੇ ਰੂਪ ਵਿੱਚ ਵੇਖਦੇ ਹਨ। ਬੇਸ਼ੱਕ ਤੁਸੀਂ ਇਸ 300 ਸਾਲ ਪੁਰਾਣੇ ਕਿਲੇ ਨੂੰ ਵੇਖ ਸਕਦੇ ਹੋ, ਇਹ ਗੁਪਤ ਕਮਰਾ ਇਸ ਕਿਲੇ ਦੀ ਬਣਾਵਟ ਤੋਂ ਸ਼ਾਇਦ ਬਹੁਤ ਹੀ ਪੁਰਾਣਾ ਹੈ। ਇਸ ਪਹਾੜੀ ਉੱਤੇ ਪ੍ਰਾਚੀਨ ਭਾਰਤੀ ਗ੍ਰੰਥਾਂ ਵਿੱਚ ਇੱਥੋਂ ਦੇ ਕਈ ਮੰਦਰਾਂ ਦਾ ਜ਼ਿਕਰ ਮਿਲਦਾ ਹੈ। ਇਸ ਲਈ ਇਹ ਗੁਪਤ ਕਮਰਾ 1000 ਸਾਲ ਤੋਂ ਵੀ ਪੁਰਾਣਾ ਹੈ। ਬੇਸ਼ੱਕ ਤੇ ਅਸੀਂ ਇਹ ਸਮਝਦੇ ਹਾਂ ਕਿ ਕਿਲੇ ਦੇ ਨਿਰਮਾਣ ਤੋਂ ਵੀ ਹਜ਼ਾਰਾਂ ਸਾਲ ਪਹਿਲਾਂ ਇਸ ਗੁਪਤ ਸ਼ਿਵ ਦੇ ਗਰਭ ਗ੍ਰਹਿ ਦੀ ਖੋਜ ਕੀਤੀ ਗਈ ਸੀ। ਮਿਸਰ ਦੇ ਪਿਰਾਮਿਡਾਂ ਸਹਿਤ ਕਈ ਪ੍ਰਾਚੀਨ ਸਥਾਨਾਂ ਉੱਤੇ ਅਜਿਹੇ ਪੱਥਰ ਦੇ ਦਰਵਾਜ਼ੇ ਵਾਲੇ ਗੁਪਤ ਕਮਰੇ ਮਿਲੇ ਹਨ ਅਤੇ ਕਈ ਪ੍ਰਾਚੀਨ ਭਾਰਤੀ ਮੰਦਰਾਂ ਵਿੱਚ ਵੀ ਕਈ ਗੁਪਤ ਕਮਰੇ ਮਿਲੇ ਹਨ, ਜਿਨ੍ਹਾਂ ਦੇ ਨਾਲ ਕੁਝ ਸ਼ਾਨਦਾਰ ਅਤੇ ਦਿਲਚਸਪ ਨਤੀਜੇ ਮਿਲਦੇ ਹਨ। ਤੇ ਆਖਰ ਇਹਨਾਂ ਵਿੱਚ ਉਹ ਲੁਕਾਉਣਾ ਕੀ ਚਾਹੁੰਦੇ ਸਨ? ਕੇਰਲ ਦੇ ਪਦਮਨਾਭ ਮੰਦਿਰ ਦੀ ਖੋਜ ਵਾਂਗ ਸੋਨੇ ਅਤੇ ਹੀਰਿਆਂ ਦੇ ਵੱਡੇ ਢੇਰ, ਜਾਂ ਅਸੀਂ ਅਸਲ ਵਿੱਚ ਲੁਕਾਏ ਜਾਣ ਵਾਲੇ ਵਿਸ਼ੇ ਬਾਰੇ ਬਿਲਕੁਲ ਹੀ ਉਲਟ ਸਮਝ ਰਹੇ ਹਾਂ ਕਿ ਇਹ ਸ਼ਿਵਲਿੰਗ ਸਨ ਜਿਨ੍ਹਾਂ ਦੀ ਉਹ ਅਸਲ ਵਿੱਚ ਰੱਖਿਆ ਕਰਨਾ ਚਾਹੁੰਦੇ ਸਨ? ਇਹ ਲਿੰਗਮ ਅਸਲ ਵਿੱਚ ਸਾਨੂੰ ਕੀ ਦਰਸਾਉਣਾ ਚਾਹੁੰਦੇ ਹਨ? ਆਪਣੇ ਦਿਮਾਗ ਉੱਤੇ ਜ਼ੋਰ ਦੇ ਕੇ ਸੋਚੋ ਜ਼ਰਾ। ਕਈ ਘਟੀਆ ਇਤਿਹਾਸਕਾਰ, ਦਾਰਸ਼ਨਿਕ ਅਤੇ ਧਾਰਮਿਕ ਮਾਹਰ ਇਸ ਨੂੰ ਮਰਦਾਨਗੀ ਦਾ ਪ੍ਰਤੀਕ ਮੰਨਦੇ ਸਨ। ਇੱਕ ਹੋਰ ਸਿਧਾਂਤ ਅਨੁਸਾਰ ਇਹ ਲਿੰਗਮ ਭਗਵਾਨ ਸ਼ਿਵ ਜਾਂ ਊਰਜਾ ਦਾ ਪ੍ਰਤੀਕ ਹੈ। ਪਰ ਇਹ ਸਿਧਾਂਤ ਅੱਜ ਕੱਲ੍ਹ ਦੀਆਂ ਸਿਰਫ ਆਧੁਨਿਕ ਵਿਆਖਿਆਵਾਂ ਨੇ। ਮੈਨੂੰ ਲੱਗਦਾ ਹੈ ਕਿ ਇਸ ਲਿੰਗਮ ਦਾ ਅਸਲ ਅਰਥ ਜਾਂ ਉੱਤਰ ਥਿਰੂਮਈਅਮ ਦੇ ਇਸ ਮੰਦਿਰ ਵਿੱਚ ਮਿਲ ਜਾਏਗਾ। ਮੁੱਖ ਗਰਭ ਗ੍ਰਹਿ ਦੇ ਅੰਦਰ ਇੱਕ ਸ਼ਾਨਦਾਰ ਸ਼ਿਵਲਿੰਗ ਹੈ, ਪਰ ਇਸ ਦੇ ਉਲਟ ਬਿਲਕੁਲ ਇਸ ਦੇ ਸਾਹਮਣੇ ਅਸੀਂ ਆਪਣੇ ਸਵਾਲ ਦਾ ਜਵਾਬ ਪਾ ਸਕਦੇ ਹਾਂ। ਤੁਸੀਂ ਇਸ ਲਿੰਗਮ ਵਿੱਚ ਵੇਖ ਸਕਦੇ ਹੋ ਕਿ ਇੱਕ ਲਿੰਗਮ ਆਪਣੇ ਦੁਆਰ ਖੋਲ ਰਿਹਾ ਹੈ ਅਤੇ ਸ਼ਿਵ ਇਸ ਵਿੱਚੋਂ ਬਾਹਰ ਆ ਰਹੇ ਹਨ। ਇਹ ਲਿੰਗਮ ਤੁਹਾਨੂੰ ਕੀ ਦਰਸਾ ਰਿਹਾ ਹੈ? ਕਿ ਇਹ ਇੱਕ ਫੋਲਿਕ ਸਿੰਬਲ ਹੈ ਜਾਂ ਊਰਜਾ ਦਾ ਸਿੰਬਲ ਹੈ? ਜੇ ਤੁਸੀਂ ਦੱਖਣ ਵਿੱਚ ਲਿੰਗਮ ਦੀਆਂ ਨਕਾਸ਼ੀਆਂ ਵੇਖੋਗੇ ਤਾਂ ਤੁਹਾਨੂੰ ਅਜਿਹੇ ਕਈ ਲਿੰਗਮ ਵੇਖਣ ਨੂੰ ਮਿਲ ਜਾਣਗੇ ਜਿਨ੍ਹਾਂ ਵਿੱਚੋਂ ਸ਼ਿਵ ਬਾਹਰ ਆ ਰਹੇ ਹਨ, ਅਤੇ ਕਈ ਲਿੰਗਮ ਵਿੱਚ ਬਾਹਰ ਆ ਰਹੇ ਸ਼ਿਵ ਨੇ ਗਹਿਣੇ ਨਹੀਂ ਬਲਕਿ ਕਈ ਉન્નਤ ਕਿਸਮ ਦੇ ਉਪਕਰਣ ਪਾਏ ਹੋਏ ਹਨ, ਜਿਵੇਂ ਕਿ ਇੱਕ ਸਪੇਸ ਯਾਤਰੀ ਪਾਉਂਦਾ ਹੈ। ਕੀ ਤੁਸੀਂ ਸੋਚ ਸਕਦੇ ਹੋ ਕਿ ਹਜ਼ਾਰਾਂ ਸਾਲ ਪਹਿਲਾਂ ਧਰਤੀ ਉੱਤੇ ਇੱਕ ਰੋਕਟ ਵਿੱਚ ਸਵਾਰ ਹੋ ਕੇ ਧਰਤੀ ਉੱਤੇ ਆਏ ਅਤੇ ਲੋਕਾਂ ਨੂੰ ਕਈ ਤਕਨੀਕਾਂ ਦਾ ਗਿਆਨ ਦਿੱਤਾ? ਅਜਿਹੇ ਲਿੰਗਮ ਨੂੰ ਲਿੰਗੋਦਕ ਕਿਹਾ ਜਾਂਦਾ ਹੈ, ਜਿਸ ਦਾ ਮਤਲਬ ਹੈ ਜੋ ਲਿੰਗਮ ਵਿੱਚੋਂ ਬਾਹਰ ਆ ਰਿਹਾ ਹੋਵੇ। ਕਿ ਲਿੰਗਮ ਵਿੱਚੋਂ ਬਾਹਰ ਆਉਣ ਵਾਲੇ ਸ਼ਿਵ ਨੇ ਮਨੁੱਖਾਂ ਨੂੰ ਸਭਿਅ ਬਣਾਇਆ ਸੀ। ਸ਼ਿਵ ਨੇ ਇਸ ਮੂਰਤ ਵਿੱਚ ਕਈ ਉન્નਤ ਉਪਕਰਣ ਅਤੇ ਸਕਿਨ ਟਾਈਟ ਸੂਟ ਪਾਇਆ ਹੋਇਆ ਹੈ। ਉਹਨਾਂ ਦਾ ਸੱਜਾ ਹੱਥ ਇਸ ਲਿੰਗਮ ਨੁਮਾ ਅੰਤਰਿਕਸ਼ ਯਾਨ ਵਿੱਚੋਂ ਬਾਹਰ ਦਿਖ ਰਿਹਾ ਹੈ ਅਤੇ ਉਹਨਾਂ ਦਾ ਖੱਬਾ ਹੱਥ ਉਹਨਾਂ ਦੇ ਲੱਕ ਦੇ ਆਲੇ ਦੁਆਲੇ ਬੰਨੇ ਇੱਕ ਗੈਜਟ ਨੂੰ ਛੂ ਰਿਹਾ ਹੈ। ਆਖਿਰ ਸ਼ਿਵ ਨੇ ਧਰਤੀ ਤੇ ਉਤਰਨ ਵਾਸਤੇ ਦੱਖਣ ਦੇ ਇਸ ਸਥਾਨ ਨੂੰ ਕਿਉਂ ਚੁਣਿਆ? ਹੁਣ ਤੁਸੀਂ ਜੇਕਰ ਇਸ ਸ਼ਹਿਰ ਦੇ ਲੋਕਾਂ ਨਾਲ ਗੱਲਬਾਤ ਕਰੋਗੇ ਤਾਂ ਇੱਕ ਅਜੀਬ ਅਤੇ ਦਿਲਚਸਪ ਜਵਾਬ ਮਿਲੇਗਾ ਕਿ ਇਹ ਇਸ ਗ੍ਰਹਿ ਦਾ ਕੇਂਦਰ ਹੈ ਅਤੇ ਇਸੇ ਕਰਕੇ ਇਸ ਨੂੰ ਥਿਰੂਮਈਅਮ ਕਿਹਾ ਜਾਂਦਾ ਹੈ, ਅਤੇ ਨਾਲ ਹੀ ਧਰਤੀ ਦਾ ਸਭ ਤੋਂ ਪਵਿੱਤਰ ਹਿੱਸਾ ਇਸ ਨੂੰ ਮੰਨਿਆ ਜਾਂਦਾ ਹੈ। ਕੀ ਲੱਗਦਾ ਹੈ ਭਗਵਾਨ ਸ਼ਿਵ ਨੇ ਉੱਪਰੋਂ ਇਸ ਗ੍ਰਹਿ ਧਰਤੀ ਨੂੰ ਵੇਖਿਆ ਅਤੇ ਭਾਰਤ ਦੇ ਦੱਖਣ ਦੇ ਹਿੱਸੇ ਨੂੰ ਕੇਂਦਰ ਮੰਨ ਕੇ ਇੱਥੇ ਲੈਂਡ ਕਰਨ ਦਾ ਫੈਸਲਾ ਕੀਤਾ? ਉੱਤਰ ਭਾਰਤ ਜਾਂ ਅਫਰੀਕਾ ਜਾਂ ਅਮਰੀਕਾ ਕਿਉਂ ਨਹੀਂ? ਕੀ ਤੁਹਾਨੂੰ ਇਹ ਅੰਧ ਵਿਸ਼ਵਾਸ ਨਹੀਂ ਲੱਗਦਾ? ਪਰ ਮੈਨੂੰ ਇਹ ਅੰਧ ਵਿਸ਼ਵਾਸ ਨਹੀਂ ਲੱਗਦਾ, ਕਿਉਂਕਿ ਮੈਨੂੰ ਇਹ ਵਿਗਿਆਨ ਲੱਗਦਾ ਹੈ। ਇਹ ਗੁਰੂਤਵਾਕਰਸ਼ਣ
ਦਰਸਾਉਣ ਵਾਲਾ ਪ੍ਰithvi ਦਾ ਨਕਸ਼ਾ ਹੈ। ਮੈਂ ਹਮੇਸ਼ਾ ਇਹ ਸੋਚਿਆ ਸੀ ਕਿ ਪੂਰੀ ਧਰਤੀ ਤੇ ਗੁਰੂਤਵਾਕਰਸ਼ਣ ਸਮਾਨ ਹੋਵੇਗਾ, ਪਰ ਇਸ ਵਿੱਚ ਕਈ ਵਿਸੰਗਤੀਆਂ ਹਨ। ਧਿਆਨ ਨਾਲ ਵੇਖੋ ਇਸ ਨਕਸ਼ੇ ਵਿਚਲੇ ਡਾਰਕ ਤੇ ਨੀਲੇ ਰੰਗ ਨੂੰ। ਇਹ ਪੂਰੀ ਧਰਤੀ ਉੱਪਰ ਸਭ ਤੋਂ ਘੱਟ ਗੁਰੂਤਵਾਕਰਸ਼ਣ ਵਾਲਾ ਖੇਤਰ ਹੈ। ਇਹ ਅੱਜ ਸ਼੍ਰੀਲੰਕਾ ਅਤੇ ਭਾਰਤ ਦਾ ਦੱਖਣੀ ਖੇਤਰ ਹੈ। ਉਹ ਸਥਾਨ ਜਿੱਥੇ ਸ਼ਿਵ ਦੀ ਸਭ ਤੋਂ ਵੱਧ ਪੂਜਾ ਕੀਤੀ ਜਾਂਦੀ ਹੈ। ਇਸ ਖੇਤਰ ਵਿੱਚ ਕਈ ਅਜਿਹੇ ਮੰਦਰ ਹਨ ਜੋ ਦਾਅਵਾ ਕਰਦੇ ਹਨ ਕਿ ਸ਼ਿਵ ਜੀ ਇਸ ਥਾਂ ਉੱਤੇ ਉਤਰੇ ਹਨ। ਇੱਕ ਹੋਰ ਸਥਾਨ ਹੈ ਗੁੱਡੀਮਲਮ। ਇਸ ਨੂੰ ਵੀ ਸਭ ਤੋਂ ਪੁਰਾਣੇ ਸ਼ਿਵ ਮੰਦਰ ਦੇ ਤੌਰ ਤੇ ਜਾਣਿਆ ਜਾਂਦਾ ਹੈ। ਚਲੋ ਵੇਖਦੇ ਹਾਂ ਇੱਥੇ ਸਾਨੂੰ ਕੀ ਮਿਲਦਾ ਹੈ। ਇਹ ਭਗਵਾਨ ਸ਼ਿਵ ਹਨ, ਪਰ ਇਹਨਾਂ ਦੇ ਪਿੱਛੇ ਕੀ ਹੈ? ਮੈਨੂੰ ਇਹ ਬਲੂ ਸ਼ੈਫਰਡ ਰਾਕਟ ਦੇ ਵਰਗਾ ਲੱਗ ਰਿਹਾ ਹੈ ਅਤੇ ਤੁਸੀਂ ਵੇਖ ਸਕਦੇ ਹੋ ਕਿ ਕਿਉਂ ਕਈ ਐਕਸਪਰਟ ਸੋਚਦੇ ਹਨ ਕਿ ਇਹ ਇੱਕ ਫੋਲਿਕ ਸਿੰਬਲ ਹੈ। ਲਿੰਗੋਦਭਵ ਭਾਵ ਲਿੰਗਮ ਤੋਂ ਬਾਹਰ ਆਉਣ ਵਾਲਾ। ਅਜਿਹੇ ਲਿੰਗਮ ਦੱਖਣ ਵਿੱਚ ਸਭ ਤੋਂ ਵੱਧ ਮਿਲਦੇ ਹਨ। ਅੱਜ ਵੀ ਇਹਨਾਂ ਮੰਦਰਾਂ ਵਿੱਚ ਤਾਮਿਲ ਭਾਸ਼ਾ ਵਿੱਚ ਇੱਕ ਜਾਪ ਨਿਰੰਤਰ ਕੀਤਾ ਜਾਂਦਾ ਹੈ, ਤੇਨਾ ਦਿਦਈਆ ਸ਼ਿਵਾਨੇ ਪੋਤਰੀ, ਜਿਸ ਦਾ ਮਤਲਬ ਹੈ ਕਿ ਦੱਖਣ ਭਾਰਤ ਦੇ ਰਾਜ ਕਰਨ ਵਾਲੇ ਸ਼ਿਵ ਦੀ ਜੈ ਹੋਵੇ। ਕਿ ਭਗਵਾਨ ਸ਼ਿਵ ਨੇ ਸਰੀਰਕ ਰੂਪ ਵਿੱਚ ਧਰਤੀ ਉੱਤੇ ਆ ਕੇ ਰਾਜ ਕੀਤਾ ਸੀ? ਕਿ ਉਹਨਾਂ ਨੇ ਇੱਥੋਂ ਦੇ ਲੋਕਾਂ ਨੂੰ ਪੜ੍ਹਾਇਆ ਅਤੇ ਸੱਭਿਅ ਬਣਾਇਆ? ਕਿ ਲਿੰਗਮ ਇੱਕ ਅੰਤਰਿਕਸ਼ ਯਾਨ ਹੈ ਜਿਸ ਵਿੱਚ ਸ਼ਿਵ ਨਿਕਲੇ ਸਨ? ਜਾਂ ਲਿੰਗਮ ਦਾ ਕੁਝ ਹੋਰ ਮਤਲਬ ਹੈ? ਕਿ ਗੁਰੂਤਵਾਕਰਸ਼ਣ ਦੇ ਕਾਰਨ ਧਰਤੀ ਦੇ ਇਸ ਹਿੱਸੇ ਨੂੰ ਸ਼ਿਵ ਨੇ ਚੁਣਿਆ ਸੀ? ਕਾਸਮਿਕ ਐਗ ਅਤੇ ਲੁਕੇ ਹੋਏ ਕਮਰੇ ਬਾਰੇ ਤੁਸੀਂ ਕੀ ਸੋਚਦੇ ਹੋ? ਕਿਰਪਾ ਕਰਕੇ ਤੁਸੀਂ ਆਪਣੇ ਵਿਚਾਰ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸੋ। ਅਤੇ ਮੈਂ ਹਾਂ ਤੁਹਾਡਾ ਆਪਣਾ ਵਿਨੋਦ ਪੁਜਾਰੀ, ਤੇ ਮਿਲਦੇ ਹਾਂ ਸਾਡੀ ਅਗਲੀ ਵੀਡੀਓ ਵਿੱਚ। ਤਦ ਤੱਕ ਤੁਹਾਡਾ ਵੀਡੀਓ ਵੇਖਣ ਤੇ ਧੰਨਵਾਦ। ਰਾਮ ਰਾਮ, ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ।